ਅੱਜ ਸਟਾਰਟ ਅੱਜ ਦੀ ਇਸ ਪੱਤਰਕਾਰ ਵਾਰਤਾ ਦੇ ਵਿੱਚ ਪਹੁੰਚੇ ਸਾਰੇ ਪੱਤਰਕਾਰਾਂ ਨੂੰ ਸਭ ਤੋਂ ਪਹਿਲਾਂ ਨਮਸਕਾਰ, ਸਭ ਦਾ ਬਹੁਤ ਬਹੁਤ ਸਵਾਗਤ ਆ। ਅੱਜ ਤੁਹਾਡੇ ਸਾਹਮਣੇ ਮੈਂ ਇੱਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਿਹਾ ਗਾ, ਜਿਹੜਾ ਕਿ ਬੀਜੇਪੀ ਦੇ ਨਾਲ ਸੰਬੰਧਿਤ ਆ, ਬੀਜੇਪੀ ਪਾਰਟੀ ਨਾਲ ਸੰਬੰਧਿਤ ਆ, ਕੇਂਦਰ ਸਰਕਾਰ ਨਾਲ ਸੰਬੰਧਿਤ ਆ। ਜਿਹੜੀ ਭਾਜਪਾ ਦੀ ਸੱਤਾ ਦੀ ਦੁਕਾਨ ਜਿਹੜੀ ਪੂਰੇ ਦੇਸ਼ ਵਿੱਚ ਚਲਾਉਣ ਦੀ ਭਾਜਪਾ ਕੋਸ਼ਿਸ਼ ਕਰ ਰਹੀ ਆ, ਬੀਜੇਪੀ ਉਹ ਜਿਹੜੀ ਦੁਕਾਨ ਆ ਪੂਰੇ ਦੇਸ਼ ਵਿੱਚ ਚਲਾ ਰਹੀ ਆ। ਜਗ੍ਹਾ ਜਗ੍ਹਾ ਥਾਂ ਥਾਂ ਪੂਰੇ ਦੇਸ਼ ਦੇ ਵਿੱਚ ਖਰੀਦੋ ਫਰੋਖਤ ਕੀਤੀ ਜਾ ਰਹੀ ਆ। ਜਗ੍ਹਾ ਜਗ੍ਹਾ ਅਲੱਗ-ਅਲੱਗ ਸਟੇਟਾਂ ਦੇ ਵਿੱਚ ਖਰੀਦੋ ਫਰੋਖਤ ਕਰਕੇ ਸਰਕਾਰਾਂ ਬਣਾਉਣ ਦਾ ਯਤਨ ਕਰ ਰਹੀ ਆ। ਇਹ ਜਿਹੜੀ ਦੁਕਾਨ ਆ ਹੁਣ ਬੀਜੇਪੀ ਦੀ, ਉਹ ਪੰਜਾਬ ਵਿੱਚ ਵੀ ਬੀਜੇਪੀ ਜਿਹੜੀ ਆ ਖੋਲ੍ਹਣ ਜਾ ਰਹੀ ਆ, ਕਿਉਂਕਿ ਬੀਜੇਪੀ ਇੱਕ ਸੀਰੀਅਲ ਕਿਲਰ ਆਗਾ, ਜਿਹੜਾ ਕਿ ਹਰੇਕ ਸਟੇਟ ਦੇ ਵਿੱਚ ਪੈਸਾ, ਡਰ, ਭੈ, ਦਹਿਸ਼ਤ ਪੈਦਾ ਕਰਕੇ ਸੂਬਿਆਂ 'ਚ ਸਰਕਾਰਾਂ ਨੂੰ ਜਿਹੜਾ ਬਦਲਦਾ ਗਾ। ਲੋਕਤੰਤਰ ਦੀ ਹੱਤਿਆ ਦੇਸ਼ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਬੀਜੇਪੀ ਨੇ ਕੀਤੀ ਆ। ਆਪਰੇਸ਼ਨ ਲੋਟਸ ਜਿਹੜਾ ਹੈਗਾ, ਇਹਨਾਂ ਨੇ ਉਸ ਆਪਣੇ ਕੰਮਕਾਰ ਦੇ ਤਰੀਕੇ ਦਾ ਨਾਂ ਰੱਖਿਆ ਹੈਗਾ। ਹੁਣ ਆਪਰੇਸ਼ਨ ਲੋਟਸ ਜਿਹੜਾ ਹੈਗਾ, ਉਹ ਪੰਜਾਬ ਦੇ ਵਿੱਚ ਵੀ ਆਪਣਾ ਕੰਮ ਕਰਨਾ ਚਾਹੁੰਦਾ ਗਾ। ਆਪਰੇਸ਼ਨ ਲੋਟਸ ਦਾ ਜਿਹੜਾ ਅਗਲਾ ਟਾਰਗੇਟ ਆ, ਪਹਿਲਾਂ ਦਿੱਲੀ 'ਚ ਕੀਤਾ, ਔਰ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਗੋਆ, ਮੱਧ ਪ੍ਰਦੇਸ਼, ਦੇਸ਼ ਦੇ ਬਹੁਤ ਸਾਰੇ ਸੂਬਿਆਂ 'ਚ ਕੀਤਾ। ਹੁਣ ਜਿਹੜਾ ਅਗਲਾ ਆਪਰੇਸ਼ਨ ਆ, ਬੀਜੇਪੀ ਆਪਰੇਸ਼ਨ ਲੋਟਸ ਦੇ ਤਹਿਤ ਪੰਜਾਬ 'ਚ ਕਰਨਾ ਚਾਹੁੰਦੀ ਆ। ਇਹ ਆਪਰੇਸ਼ਨ ਹੈ ਕੀ? ਬੇਸਿਕਲੀ ਬੀਜੇਪੀ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ, ਜਿਵੇਂ ਮੇਰੇ ਨਾਲ ਸੱਜੇ ਪਾਸੇ ਸ਼ੀਤਲ ਅੰਗਰਾਲ ਜੀ, ਰੁਪਿੰਦਰ ਹੈਪੀ ਜੀ, ਮਨਜੀਤ ਸਿੰਘ ਬਿਲਾਸਪੁਰ ਜੀ, ਰਮਨ ਅਰੋੜਾ ਜੀ, ਲਾਭ ਸਿੰਘ ਉਗਕੇ ਜੀ, ਇਹ ਉਹ ਲੋਕ ਨੇ, ਉਹ MLA ਨੇ ਜਿਹੜੇ ਲੋਕਾਂ ਨੇ ਆਪਣੇ ਮਤ ਦਾ ਦਾਨ ਕਰਕੇ, ਆਪਣੇ ਪੂਰਾ ਜ਼ੋਰ ਲਾ ਕੇ, ਆਪਣਾ ਪੂਰਾ ਸੋਚ ਸਮਝ ਕੇ, ਪੂਰੇ ਆਪਣੇ ਮਤ ਦਾ ਐਕਸਰਸਾਈਜ਼ ਕਰਕੇ ਪੰਜਾਬ ਦੀ ਵਿਧਾਨ ਸਭਾ 'ਚ ਭੇਜੇ ਨੇ। ਇਸੇ ਤਰ੍ਹਾਂ ਹੋਰਨਾਂ ਸੂਬਿਆਂ 'ਚ ਵੀ MLA ਬਣਾ ਕੇ ਭੇਜਦੇ ਨੇ, MP ਬਣਾ ਕੇ ਭੇਜਦੇ ਨੇਗੇ। ਸਾਰੇ MLA ਨੂੰ ਤੋੜਨ ਦਾ ਯਤਨ ਬੀਜੇਪੀ ਪੈਸੇ ਦੇ ਰਾਹੀਂ, ਕੇਂਦਰ ਦੀਆਂ ਏਜੰਸੀਆਂ ਦੇ ਰਾਹੀਂ, CBI ਦੇ ਰਾਹੀਂ, ED ਦੇ ਰਾਹੀਂ, ਔਰ ਰਾਜਾਂ ਦੀਆਂ ਏਜੰਸੀਆਂ ਦੇ ਰਾਹੀਂ ਲਗਾਤਾਰ ਪੂਰੇ ਦੇਸ਼ ਵਿੱਚ ਕਰ ਰਹੀ ਆ। ਲਗਾਤਾਰ CBI ਦਾ ਡਰ ਫੈਲਾਇਆ ਜਾ ਰਿਹਾ, ED ਦਾ ਡਰ ਫੈਲਾਇਆ ਜਾ ਰਿਹਾ ਕਿ ਜੇਕਰ ਜਾਂ ਤਾਂ ਪੈਸਿਆਂ 'ਚ ਮੰਨ ਜਾਓ, ਜੇ ਨਹੀਂ ਮੰਨੋਗੇ ਤਾਂ ਫੜ ਕੇ ਜੇਲ੍ਹਾਂ 'ਚ ਭੇਜ ਦਿਆਂਗੇ। ਇਹ ਆਪਰੇਸ਼ਨ ਜਿਹੜਾ ਹੁਣ ਤੱਕ ਇਹਨਾਂ ਨੇ ਸਭ ਤੋਂ ਪਹਿਲਾਂ ਗੋਆ 'ਚ ਕੀਤਾ, ਕਰਨਾਟਕਾ 'ਚ ਕੀਤਾ, ਮੱਧ ਪ੍ਰਦੇਸ਼ ਕੀਤਾ, ਮਹਾਰਾਸ਼ਟਰ 'ਚ ਕੀਤਾ, ਅਰੁਣਾਚਲ ਪ੍ਰਦੇਸ਼ ਆ ਉਹ 'ਚ ਵੀ ਕੀਤਾ। ਲਗਾਤਾਰ ਬੀਜੇਪੀ ਆਪਰੇਸ਼ਨ ਲੋਟਸ ਦੇ ਤਹਿਤ ਲੋਕਤੰਤਰ ਦੀ ਹੱਤਿਆ ਕਰ ਰਹੀ ਆ। ਦੁਨੀਆ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਭਾਰਤ ਆ, ਔਰ ਬੀਜੇਪੀ ਆਪਰੇਸ਼ਨ ਲੋਟਸ ਦੇ ਤਹਿਤ ਲੋਕਤੰਤਰ ਦਾ ਕਤਲ ਸੂਬਿਆਂ 'ਚ ਕਰ ਰਹੀ ਆ। ਪਰ ਲੇਕਿਨ ਤੁਸੀਂ ਕਾਂਗਰਸ ਦੇ MLA ਤੋੜ ਸਕਦੇ ਹੋ, ਤੁਸੀਂ TMC ਦੇ MLA ਡਰਾ ਸਕਦੇ ਹੋ, ਤੁਸੀਂ ਦੂਜੀਆਂ ਪਾਰਟੀਆਂ ਦੇ MLA ਤੋੜ ਸਕਦੇ ਹੋ। ਇਹ ਆਮ ਆਦਮੀ ਪਾਰਟੀ ਆ ਜਿਹਦੇ MLA ਚਟਾਨ ਵਾਂਗ ਦ੍ਰਿੜ ਇਰਾਦੇ ਦੇ ਨਾਲ ਆਮ ਆਦਮੀ ਪਾਰਟੀ ਦੇ ਮੈਂਬਰ ਨੇਗੇ। ਅਰਵਿੰਦ ਕੇਜਰੀਵਾਲ ਜੀ ਦੇ, ਸਾਡੇ ਸੁਪਰੀਮੋ ਸੱਚੇ ਸਿਪਾਹੀ ਨੇ, ਉਹਨਾਂ ਦੇ सरदार भगवंत सिंह मान जी के सच्चे सिपाही ने गे, जिहड़े लगातार
ਦੇਸ਼ ਦੇ ਵਿੱਚ ਵੱਡੇ ਬਦਲਾਅ ਦੇ ਲਈ ਕੰਮ ਕਰ ਰਹੇ ਨੇਗੇ। ਇਸ ਤੋਂ ਪਹਿਲਾਂ ਬੀਜੇਪੀ ਦਾ ਜਿਹੜਾ ਆਪਰੇਸ਼ਨ ਲੋਟਸ ਆ, ਉਸ ਦੇ ਤਹਿਤ ਦਿੱਲੀ ਦੀ ਭਾਰੀ ਬਹੁਮਤ ਦੇ ਨਾਲ ਚੁਣੀ ਹੋਈ, ਦਿੱਲੀ ਦੀ ਜਨਤਾ ਨੇ ਭਾਰੀ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ। ਅਰਵਿੰਦ ਕੇਜਰੀਵਾਲ ਜੀ ਨੂੰ ਤੀਜੀ ਵਾਰ ਦਿੱਲੀ ਦਾ ਮੁੱਖ ਮੰਤਰੀ ਬਣਾਇਆ। ਉਸ ਸਰਕਾਰ ਨੂੰ ਡੇਗਣ ਦਾ ਯਤਨ ਕੇਂਦਰ ਸਰਕਾਰ ਨੇ ਕੀਤਾ, ਬੀਜੇਪੀ ਦੀ ਸਰਕਾਰ ਨੇ ਕੀਤਾ। ਕਿਉਂਕਿ ਬੀਜੇਪੀ ਭਾਰਤੀ ਜਨਤਾ ਪਾਰਟੀ ਜੇਕਰ ਡਰਦੀ ਆ ਤਾਂ ਆਮ ਆਦਮੀ ਪਾਰਟੀ ਤੋਂ ਡਰਦੀ ਆ। ਜੇਕਰ ਭੈ ਆ ਉਹਦੇ ਮਨ 'ਚ ਬੀਜੇਪੀ ਦੇ ਤਾਂ ਆਮ ਆਦਮੀ ਪਾਰਟੀ ਤੋਂ ਆ, ਅਰਵਿੰਦ ਕੇਜਰੀਵਾਲ ਜੀ ਤੋਂ ਆ, ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਤੋਂ ਆ, ਉਹਨਾਂ ਦੇ ਗੁੱਡ ਗਵਰਨੈਂਸ ਦੇ ਮਾਡਲ ਤੋਂ ਆ, ਉਹਨਾਂ ਦਿੱਲੀ ਦੇ ਸਕਸੈਸਫੁਲ ਮਾਡਲ ਤੋਂ ਆ। ਇਸੇ ਕਰਕੇ ਭਾਜਪਾ ਦੀ ਜਿਹੜੀ ਨੀਂਦ ਆ ਉਹ ਹਰਾਮ ਹੋ ਚੁੱਕੀ ਆ। ਉਹ ਲਗਾਤਾਰ, ਕਿਉਂਕਿ ਆਮ ਆਦਮੀ ਪਾਰਟੀ ਦਾ ਕਾਫਲਾ ਵੱਧ ਰਿਹਾ ਔਰ ਬੀਜੇਪੀ ਘਬਰਾਹਟ ਦੇ ਵਿੱਚ ਆ। ਇਸੇ ਕਰਕੇ ਆਪਰੇਸ਼ਨ ਲੋਟਸ ਦੇ ਤਹਿਤ ਲਗਾਤਾਰ ਸਾਡੀ ਸਰਕਾਰ ਨੂੰ ਡੇਗਣ ਦਾ ਯਤਨ ਹੋ ਰਿਹਾ ਹੈਗਾ। ਇਸ ਤੋਂ ਪਹਿਲਾਂ ਬੀਜੇਪੀ ਨੇ ਸਾਡੇ ਦਿੱਲੀ ਦੇ ਉਪ ਮੁੱਖ ਮੰਤਰੀ ਡਿਪਟੀ ਸੀਐਮ ਮਨੀਸ਼ ਸਿਸੋਦੀਆ ਜੀ ਦੇ ਘਰ ਦੇ ਉੱਤੇ ਸੀਬੀਆਈ ਦਾ ਹਮਲਾ ਕਰਵਾਇਆ, ਸੀਬੀਆਈ ਦੀ ਰੇਡ ਕਰਵਾਈ, ਈਡੀ ਦੀ ਰੇਡ ਕਰਵਾਈ। ਔਰ ਉੱਥੇ ਦਿੱਲੀ ਦੇ ਵਿੱਚ ਬੀਜੇਪੀ ਨੇ ਕਿਹਾ ਕਿ 20-20 ਕਰੋੜ ਰੁਪਏ ਲੈ ਲਓ। ਐਮਐਲਏ ਸਾਹਿਬਾਨ ਕੋਲੇ 20-20 ਕਰੋੜ ਰੁਪਏ ਲੈ ਕੇ ਪਹੁੰਚੇ ਕਿ ਤੁਸੀਂ ਸਰਕਾਰ ਜਿਹੜੀ ਆ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਡੇਗ ਦਿਓ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਡੇਗ ਦਿਓ। ਪਰ ਲੇਕਿਨ ਉੱਥੇ ਕਾਮਯਾਬੀ ਨਹੀਂ ਮਿਲੀ, ਉੱਥੋਂ ਬੁਰੀ ਤਰ੍ਹਾਂ ਫੇਲ ਹੋ ਗਏ, ਕਿਉਂਕਿ ਦਿੱਲੀ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਸੱਚੇ ਸਿਪਾਹੀ ਨੇਗੇ। ਲਗਾਤਾਰ ਇਹ ਕੋਸ਼ਿਸ਼ ਦਿੱਲੀ 'ਚ ਹੁੰਦੀ ਰਹੀ ਔਰ ਉਸ ਤੋਂ ਬਾਅਦ ਹੁਣ ਇਸੇ ਤਰ੍ਹਾਂ ਜੋ ਦਿੱਲੀ ਦੇ ਵਿਧਾਇਕਾਂ ਨੂੰ ਤੋੜ ਨਹੀਂ ਸਕੇ ਤਾਂ ਇਹ ਦੁਕਾਨਦਾਰੀ ਲੈ ਕੇ ਜਿਹੜੀ ਖਰੀਦੋ ਫਰੋਖਤ ਦੀ ਦੁਕਾਨਦਾਰੀ ਆ, ਜਿਹੜੀ ਬੀਜੇਪੀ ਦਾ ਦੂਜੀਆਂ ਪਾਰਟੀਆਂ ਦੇ ਐਮਐਲਏ ਨੂੰ ਤੋੜਨ ਦਾ ਤਰੀਕਾ ਗਾ, ਡਰਾ ਕੇ ਧਮਕਾ ਕੇ ਪੈਸੇ ਦੇ ਕੇ ਕੇਂਦਰੀ ਏਜੰਸੀਆਂ ਅੰਦਰ ਉਪਯੋਗ ਕਰਕੇ ਉਹ ਪੰਜਾਬ 'ਚ ਪਹੁੰਚਿਆ ਗਾ। ਸਾਡੇ ਬਹੁਤ ਸਾਰੇ ਸਾਥੀ ਵਿਧਾਇਕਾਂ ਨੂੰ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪੰਜਾਬ ਵਿੱਚ ਸੰਪਰਕ ਕੀਤਾ ਜਾ ਰਿਹਾ ਗਾ। ਉਹਨਾਂ ਦੇ ਨਾਲ ਟੈਲੀਫੋਨਿਕਲੀ ਉਹਨਾਂ ਨੂੰ ਮਿਲ ਕੇ ਬੀਜੇਪੀ ਦੇ ਕੁਝ ਬੰਦੇ, ਬੀਜੇਪੀ ਦੇ ਦਲਾਲ ਜਿਹੜੇ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੇ ਛੱਡੇ ਹੋਏ ਨੇਗੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਐਮਐਲਏਜ਼ ਨੂੰ ਤੋੜੋ। ਉਹਨਾਂ ਨੇ ਸਾਡੇ ਐਮਐਲਏ ਸਾਹਿਬਾਨ ਤੱਕ ਅਪਰੋਚ ਕੀਤੀ ਆ। ਕੀ ਕਹਿੰਦੇ ਨੇ ਕਿ ਆਓ ਤੁਹਾਡੀ ਮੀਟਿੰਗ ਵੱਡੇ ਬਾਊ ਜੀ ਨਾਲ ਕਰਵਾਉਂਦੇ ਆ, ਆਓ ਤੁਹਾਨੂੰ ਦਿੱਲੀ ਦੇ ਵਿੱਚ ਬੀਜੇਪੀ ਦੇ ਵੱਡੇ ਵੱਡੇ ਨੇਤਾਵਾਂ ਦੇ ਨਾਲ ਤੁਹਾਡੀ ਮੀਟਿੰਗ ਕਰਵਾਉਣੀ ਆ ਔਰ ਤੁਹਾਨੂੰ 25-25 ਕਰੋੜ ਰੁਪਇਆ ਦੇਵਾਂਗੇ। 25 ਕਰੋੜ ਰੁਪਇਆ ਹਰੇਕ ਐਮਐਲਏ ਨੂੰ ਦੇਣ ਦਾ ਯਤਨ, ਖਰੀਦਣ ਦਾ ਯਤਨ ਬੀਜੇਪੀ ਲਗਾਤਾਰ ਕਰ ਰਹੀ ਆ ਪੰਜਾਬ ਵਿੱਚ। ਆਪਰੇਸ਼ਨ ਲੋਟਸ ਜਿਹੜਾ ਕਿ ਇਹਨਾਂ ਦਾ ਕਰਨਾਟਕਾ 'ਚ ਕਾਮਯਾਬ ਹੋ ਗਿਆ ਹੋਊਗਾ, ਜਿਹੜਾ ਦਿੱਲੀ 'ਚ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਫੇਲ ਕੀਤਾ, ਉਹ ਆਪਰੇਸ਼ਨ ਲੋਟਸ ਜਿਹੜਾ ਹੈਗਾ ਉਹਦੀ ਪ੍ਰਕਿਰਿਆ ਹੁਣ ਪੰਜਾਬ 'ਚ ਪਹੁੰਚੀ ਆ ਔਰ ਸਾਡੇ ਐਮਐਲਏ ਸਾਹਿਬਾਨ ਨੂੰ 20-20 ਕਰੋੜ ਰੁਪਈਆ, 25-25 ਕਰੋੜ ਰੁਪਈਆ ਜਿਹੜਾ ਆਫਰ ਕੀਤਾ ਜਾ ਰਿਹਾ ਹੈਗਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਸਰਕਾਰ ਬਦਲ ਗਈ, ਜਦੋਂ ਪੰਜਾਬ ਵਿੱਚ ਸਰਕਾਰ ਜਿਹੜੀ ਹੈ ਬੀਜੇਪੀ ਦੀ ਬਣ ਗਈ ਤੇ ਤੁਹਾਨੂੰ ਵੱਡੇ ਅਹੁਦੇ ਵੀ ਦੇਵਾਂਗੇ, ਕਿ ਤੁਹਾਨੂੰ ਮਿਨਿਸਟਰ ਵੀ ਬਣਾਵਾਂਗੇ। ਇਹ ਵੀ ਆਫਰਾਂ ਪੰਜਾਬ 'ਚ ਲਗਾਤਾਰ ਜਿਹੜੀਆਂ ਜਾਰੀ ਨੇਗੀਆਂ। ਇਹ ਕਹਿ ਰਹੇ ਨੇਗੇ ਕਿ ਜੇਕਰ ਤੁਸੀਂ ਇਕੱਲੇ ਆਓਗੇ ਤਾਂ 25 ਕਰੋੜ ਦੇ ਦਿਆਂਗੇ, ਜੇਕਰ ਤੁਸੀਂ 3-4 ਐਮਐਲਏ ਨੂੰ ਨਾਲ ਲੈ ਕੇ ਆਓਗੇ, 2-4 ਹੋਰ ਐਮਐਲਏ ਨੂੰ ਲੈ ਕੇ ਆਓਗੇ, 10 ਐਮਐਲਏ ਨੂੰ ਲਿਆਵਾਂਗੇ ਤਾਂ ਤੁਹਾਨੂੰ ਅਸੀਂ ਇਸ ਤੋਂ ਵੀ ਵੱਧ ਕੀਮਤ ਜਿਹੜੀ ਆ ਅਦਾ ਕਰਾਂਗੇ ਔਰ 50 ਤੋਂ ਲੈ ਕੇ 70 ਕਰੋੜ ਰੁਪਏ ਤੱਕ ਦੀ ਆਫਰ ਜਿਹੜੀ ਆ ਉਹ ਸਾਡੇ ਐਮਐਲਏ ਸਾਹਿਬਾਨ ਨੂੰ, ਸਾਡੇ ਸਤਿਕਾਰਯੋਗ ਐਮਐਲਏ ਸਾਹਿਬਾਨ ਨੂੰ ਬੀਜੇਪੀ ਦੀ ਜਿਹੜੀ ਆ ਲੋਕ ਦੇ ਰਹੇ ਨੇਗੇ। ਸਾਡੇ ਇੱਕ ਵਿਧਾਇਕ ਨੇ, ਮਾਨਯੋਗ ਸਤਿਕਾਰਯੋਗ ਵਿਧਾਇਕ ਜੀ ਨੇ, ਜਦੋਂ ਬੀਜੇਪੀ ਨੂੰ ਪੁੱਛਿਆ ਕਿ 92 ਸੀਟਾਂ ਨੇ ਤੁਸੀਂ ਕਿਸ ਤਰ੍ਹਾਂ ਪੰਜਾਬ ਸਰਕਾਰ ਬਣਾ ਲਓਗੇ, ਕਿਸ ਤਰ੍ਹਾਂ ਤੁਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਗਿਰਾ ਦੋਗੇ, ਉਹ ਕਹਿੰਦੇ ਸਿਰਫ ਸਾਨੂੰ 35 ਵਿਧਾਇਕ ਚਾਹੀਦੇ ਨੇਗੇ, ਸਿਰਫ
ਸਾਨੂੰ 35 ਵਿਧਾਇਕਾਂ ਦੀ ਲੋੜ ਆ, ਹੋਰ ਸਾਡੇ ਸੰਪਰਕ ਦੇ ਵਿੱਚ ਦੂਜੀਆਂ ਪਾਰਟੀਆਂ 'ਚੋਂ ਹੈਗੇ ਨੇ। ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਕਾਂਗਰਸ ਪਾਰਟੀ ਨੂੰ ਤਾਂ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਮੱਧ ਪ੍ਰਦੇਸ਼ ਖਰੀਦ ਲਿਆ, ਦੂਜਿਆਂ ਸੂਬਿਆਂ 'ਚ ਖਰੀਦ ਲਿਆ। ਸੋ ਇੱਥੇ ਵੀ ਉਹ ਸ਼ਾਇਦ ਉਹਨਾਂ ਨਾਲ ਦੀ ਗੱਲ ਚੱਲ ਰਹੀ ਹੋਣੀ ਹੈ, ਪਰ ਲੇਕਿਨ ਸਾਡੇ ਉਹ ਕਹਿਣ ਕਿ 35 ਵਿਧਾਇਕ ਜੇਕਰ ਟੁੱਟ ਗਏ ਤਾਂ ਅਸੀਂ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣਾਉਣ ਦੇ ਲਈ ਉਹ ਤਰਲੋ ਮੱਛੀ ਹੋ ਰਹੇ ਨੇਗੇ। ਪਰ ਲੇਕਿਨ ਜੇਕਰ ਇਸ ਤਰ੍ਹਾਂ ਹਿਸਾਬ ਲਾਈਏ, ਜੇਕਰ ਇਹ ਸਾਰਾ ਇਹਦੀ ਕੈਲਕੂਲੇਸ਼ਨ ਕਰ ਲਈਏ, ਸਾਰੇ 55 ਵਿਧਾਇਕ, ਕਿਉਂਕਿ 35 ਉਹ ਸਾਡੇ ਤੋੜਨ ਨੂੰ ਫਿਰਦੇ ਨੇਗੇ, ਜੇਕਰ 55 ਵਿਧਾਇਕਾਂ ਦੀ ਕੀਮਤ ਦੇਖ ਲਈਏ ਜਿਹੜੀ ਕਿ ਬੀਜੇਪੀ ਚ ਕਰ ਰਹੀ ਆ, ਉਹ ਲਗਭਗ 1375 ਕਰੋੜ ਰੁਪਇਆ 1375 ਕਰੋੜ ਰੁਪਇਆ ਬੀਜੇਪੀ ਕਿੱਥੋਂ ਲੈ ਕੇ ਆਈ ਆ? ਬੀਜੇਪੀ ਨੇ ਪੰਜਾਬ ਚੋਂ ਕਿੱਥੇ ਲੁਕੋ ਕੇ ਰੱਖਿਆ ਗਾ? ਬੀਜੇਪੀ ਦੇ ਆਪਰੇਸ਼ਨ ਲੋਟਸ ਦੇ ਤਹਿਤ 1375 ਕਰੋੜ ਰੁਪਇਆ ਬੀਜੇਪੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣ ਦੇ ਵਿੱਚ ਲਾ ਰਹੀ ਆ। ਉਹ ਬਲੈਕ ਮਨੀ, ਉਹ ਵੱਡੇ ਵੱਡੇ ਲੋਕਾਂ ਦਾ ਕਿਹਨਾਂ ਦਾ ਪੈਸਾ ਗਾ ਉਹ ਜਿਹੜਾ ਪੰਜਾਬ 'ਚ ਇਨਵੈਸਟ ਕਰਨਾ ਚਾਹੁੰਦੀ ਹੈ ਤਾਂ ਕਿ ਪੰਜਾਬ ਵਿੱਚ ਲੋਕਤੰਤਰ ਦੀ ਹੱਤਿਆ ਕੀਤੀ ਜਾ ਸਕੇ, ਪੰਜਾਬ ਵਿੱਚ ਲੋਕਤੰਤਰਿਕ ਤਰੀਕੇ ਨਾਲ ਚੁਣੀ ਹੋਈ ਸਰਕਾਰ ਨੂੰ, ਲੋਕਾਂ ਦੇ ਮਤ ਨੂੰ, ਲੋਕਾਂ ਦੇ ਵਿਸ਼ਵਾਸ ਨੂੰ ਕਿਵੇਂ ਤੋੜਿਆ ਜਾ ਸਕੇ। ਉਹ 1375 ਕਰੋੜ ਰੁਪਇਆ ਜਿਹੜਾ ਹੈਗਾ, ਮੈਂ ਪੁੱਛਣਾ ਚਾਹੁੰਦਾ ਬੀਜੇਪੀ ਨੂੰ, ਕਿੱਥੇ ਲੁਕੋ ਕੇ ਰੱਖਿਆ ਤੁਸੀਂ? ਮੇਰਾ ਕਹਿਣ ਦਾ ਭਾਵ ਬੀਜੇਪੀ ਜਿਹੜੀ ਆ, ਬੀਜੇਪੀ ਦੇ ਲੀਡਰ ਜਿਹੜੇ ਨੇ ਉਹ 1375 ਕਰੋੜ ਰੁਪਇਆ ਪੰਜਾਬ ਵਿੱਚ ਲਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣਾ ਚਾਹੁੰਦੇ ਨੇਗੇ। ਇਸ ਤੋਂ ਪਹਿਲਾਂ ਲਗਭਗ 800 ਕਰੋੜ ਰੁਪਏ ਦੇ ਨਾਲ 800 ਕਰੋੜ ਰੁਪਏ ਦੇ ਨਾਲ ਬੀਜੇਪੀ ਨੇ ਸਾਡੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਨੂੰ ਡੇਗਣ ਦਾ ਯਤਨ ਕੀਤਾ। ਜੇ ਆਪਾਂ ਇਹਦਾ ਟੋਟਲ ਕਰ ਲਈਏ ਤਾਂ ਲਗਭਗ 2100-2200 ਕਰੋੜ ਰੁਪਇਆ ਬਣਦਾ ਗਾ। ਇਹ ਬੀਜੇਪੀ ਜਿਹੜੀ ਆ, ਇਹ ਪੈਸਾ ਕਿੱਥੋਂ ਲੈ ਕੇ ਆਈ ਆ? ਇਸ ਪੈਸੇ ਦੇ ਨਾਲ ਜਿੱਥੇ ਪਹਿਲਾਂ ਲੋਕਤੰਤਰ ਦੀ ਹੱਤਿਆ ਕਰਨ ਦਾ ਯਤਨ ਦਿੱਲੀ 'ਚ ਕੀਤਾ, ਹੁਣ ਉਹ ਪੰਜਾਬ 'ਚ ਕਰ ਰਹੀ ਆ। ਪਰ ਸਾਰੇ ਮਨਸੂਬਿਆਂ ਦੇ ਵਿੱਚ ਮੈਂ ਬੜੇ ਯਕੀਨ ਦੇ ਨਾਲ ਕਹਿਣਾ ਗਾ, ਬੜੇ ਵਿਸ਼ਵਾਸ ਦੇ ਨਾਲ ਕਹਿਣਾ ਗਾ ਕਿ ਬੀਜੇਪੀ ਸਫਲ ਨਹੀਂ ਹੋ ਸਕੂਗੀ, ਕਿਉਂਕਿ ਆਮ ਆਦਮੀ ਪਾਰਟੀ ਦੇ MLA ਸਾਹਿਬਾਨ, ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਪ੍ਰਤੀ ਬੜੀ ਇਮਾਨਦਾਰੀ ਦੇ ਨਾਲ ਅਸੀਂ ਕੰਮ ਕਰ ਰਹੇ ਹਾਂਗੇ। ਅਰਵਿੰਦ ਕੇਜਰੀਵਾਲ ਜੀ ਦੀ ਵਿਚਾਰਧਾਰਾ ਦੇ ਉੱਤੇ, ਸਰਦਾਰ ਭਗਵੰਤ ਸਿੰਘ ਮਾਨ ਜੀ, ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਵਿਚਾਰਧਾਰਾ ਦੇ ਉੱਤੇ ਲਗਾਤਾਰ ਅਸੀਂ ਕੰਮ ਕਰ ਰਹੇ ਹਾਂਗੇ। ਸੋ ਜਿੰਨਾ ਮਰਜ਼ੀ ਇਹ ਜ਼ੋਰ ਲਾ ਲੇ, ਬੀਜੇਪੀ ਸਫਲ ਨਹੀਂ ਹੋਊ। ਮੈਂ ਇਸ ਖੁੱਲ੍ਹੇ ਮੰਚ ਤੋਂ ਬੀਜੇਪੀ ਨੂੰ ਚੈਲੰਜ ਕਰਦਾਂਗਾ ਕਿ ਸਾਡੇ ਸਾਰੇ ਸਿਪਾਹੀ, ਸਾਡੇ ਸਾਰੇ MLA, ਸਾਡੇ ਸਾਰੇ ਵਰਕਰ, ਸਾਡੇ ਸਾਰੇ ਵਲੰਟੀਅਰ ਚਟਾਨ ਦੀ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਖੜੇ ਨੇਗੇ, ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਖੜੇ ਨੇਗੇ। ਸਾਡੇ ਵਿਧਾਇਕਾਂ ਨੂੰ ਜਾਂ ਸਾਡੇ ਕਿਸੇ ਵੀ ਲੀਡਰ ਨੂੰ ਤੁਸੀਂ ਤੋੜਨ ਦੇ ਵਿੱਚ ਸਫਲ ਨਹੀਂ ਹੋਵੋਗੇ। बहुत सारे मैं बता देता हूँ, अभी 2 मिनट वेट कर लीजिए, क्योंकि आम आदमी पार्टी की विचारधारा की आ कि देश के नौजवानों नूं, देश के बच्चों नूं चंगी क्वालिटी की गुणात्मक एजुकेशन देना साडा सक्सैसफुल मॉडल जिहड़ा गा और दिल्ली च काम कर रहा गा, और उस मॉडल के उत्ते पंजाब च काम शुरू होया गा। देश के नागरिकों नूं अच्छियां सेहत सहूलतां देनियां, वो साडे एजेंडे च असीं दिल्ली च दित्तियां ने और पंजाब च दे रहे हांगे। सो मैं समझदा बुनियादी सहूलतां देण दा संकल्प देश के लोगों नूं आम आदमी पार्टी ने दे सिद्धांत दे विच आ। असीं उस दे उत्ते साडे सारे MLA साहबान डट के खड़े नेगे और डट के पैरा दिंदे रहांगे। सो मैं एक बार फिर दोहराउणा चाहुंदा कि बीजेपी दे लोकतंत्र नूं कतल करन वाले मनसूबिਆਂ ਦੇ ਵਿੱਚ बीजेपी कामयाब नहीं होगी, और बीजेपी का ऑपरेशन लोटस जिथे दिल्ली च बुरी तरह फेल होयागा, उत्थे पंजाब च भी बुरी तरह फेल होगा, और बीजेपी नूं मुँह दे मूँह दी खानी पैनी है। साडे बहुत सारे विधायक साहबान नूं फोन आ रहे नेगे, क्योंकि ये मैं देखो साडे बहुत सारे विधायकों नूं मैं दसदा एक मिनट कम लेट मी कंप्लीट, बहुत सारे विधायक साहबान नूं फोन आए नेगे, और बहुत सारे लोगों ने यतन किया गा
ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਗਾ, ਕਿਉਂਕਿ ਦੋ ਏਜੰਸੀਆਂ ਵੱਡੀਆਂ ਨੇਗੀਆਂ, ਦੋ ਵੱਡੀਆਂ ਏਜੰਸੀਆਂ ਨੇਗੀਆਂ ਜਿਹੜੀਆਂ ਕੇਂਦਰ ਸਰਕਾਰ ਦੇ ਅਧੀਨ ਨੇਗੀਆਂ, CBI ਤੇ ED। ਉਹ ਪਹਿਲਾਂ ਹੀ ਇਸ ਕੰਮ ਲਈ ਸਾਡੇ ਪਿੱਛੇ ਲੱਗੀਆਂ ਹੋਈਆਂ ਨੇਗੀਆਂ। ਸੋ ਸਾਡੀ ਜਿਹੜੀ ਲੀਗਲ ਟੀਮ ਆ, ਸਾਡੀ ਲੀਗਲ ਟੀਮ ਆ, ਉਹ ਦੇਖ ਰਹੀ ਆ ਕਿ ਅਸੀਂ ਕਿਹੜੇ ਫੋਰਮ ਦੇ ਉੱਤੇ ਲੀਗਲ ਐਕਸ਼ਨ ਲੈਣਾ ਗਾ। ਸੋ ਇਸ ਗੱਲ ਕਰਕੇ ਅਸੀਂ ਉਹਨਾਂ ਦੇ ਨਾਮ ਜਿਹੜਾ ਐਟ ਦਿਸ ਸਟੇਜ ਡਿਸਕਲੋਜ਼ ਨਹੀਂ ਕਰ ਸਕਦੇ, ਕਿਉਂਕਿ ਇੱਕ ਐਵੀਡੈਂਸ ਦਾ ਮਾਮਲਾ ਗਾ, ਇਹ ਸਬੂਤਾਂ ਦਾ ਮਾਮਲਾ ਗਾ। ਅਸੀਂ ਸਬੂਤਾਂ ਨੂੰ ਜਿਹੜਾ ਹੈਗਾ ਇਸ ਟਾਈਮ ਪਬਲਿਕ ਨਹੀਂ ਕਰ ਸਕਦੇ। ਆਉਣ ਵਾਲੇ ਸਮੇਂ ਦੇ ਵਿੱਚ ਲੈਟ ਮੀ ਕੰਪਲੀਟ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ, ਸਾਡੇ ਵਿਧਾਇਕ ਵੀ ਅੱਗੇ ਆਉਣਗੇ ਔਰ ਤੁਹਾਡੇ ਕੋਲ ਜਿਹੜਾ ਰਿਕਾਰਡ ਆ, ਸਬੂਤ ਆ, ਇਲੈਕਟ੍ਰੋਨਿਕ ਰਿਕਾਰਡ ਆ, ਉਹ ਵੀ ਲੋਕਾਂ 'ਚ ਨਸ਼ਰ ਕਰਾਂਗੇ। देखो इंटेलिजेंस है तो पंजाब पुलिस हैगी है, पैसा दिया गया का ऑफर दिया गया है, कितने ऐसे MLAs को अप्रोच किया गया है और ये कब हुआ? देखिए, पिछले लगभग एक हफ्ते से लगातार हमारे विधायकों को खरीदने की कोशिश कर रहे हैं और 7 से लेके 10 विधायकों को उन्होंने डायरेक्टली इनडायरेक्टली अप्रोच किया है। बीजेपी ने अपने आदमियों के थ्रू, अपने सोर्सेस के थ्रू, अपने दलालों के थ्रू अप्रोच किया है। मैं फिर बता रहा हूं कि समय आने पे आपको सबूत भी देंगे। एट दिस स्टेज हमें लीगल कोर्स करने दें। ਜਿਹੜੇ ਅਪਰੋਚ ਕਰਨ ਵਾਲੇ ਬੰਦੇ ਨੇ, ਕੁਝ ਪੰਜਾਬ ਦੇ ਨੇ, ਉਹਨਾਂ 'ਚ BJP ਦੇ, ਕੁਝ ਦਿੱਲੀ ਤੋਂ ਨੇ। जी दे रहे हैं, 1 मिनट मैंने। हाँ जी, जवाब नहीं कौन से लेवल पे है, किस पे आप आरोप लगा रहे हैं? बीजेपी से किसने अप्रोच किया? देखिए, जो बीजेपी से अप्रोच कर रहे हैं, बीजेपी से अप्रोच करने वाले ये, क्योंकि वो सीधी बात तो बोल नहीं रहे, वो बोल रहे हैं कि बड़े लोगों से आपकी बात करवानी है, आप समय दीजिए, आप हमें समय दीजिए, हम आपसे बात करवाएंगे, ये बोल रहे हैं। वो हमारे पास सबूत हैं, जब सबूत हम दिखाएंगे आपको। पहले हमें हमारी लीगल टीम, हमारी जो हमारा लीगल एक्शन लेना है उस पर हम काम कर रहे हैं, और जल्दी उसका भी खुलासा करें। बाबूजी जो वर्ड यूज़ किया जा रहा है, एक नहीं 4-5 जो मैंने सुनी है ऑडियोज़ जो मेरे को दिखाई गई है, उनमें सभी का एक ही सेंटेंसिंग आ रहा है, बाबूजी बड़े लोग बाबूजी और बड़े लोग बोल रहे हैं। उनका नाम तो समाने पे बताएं। ਤੁਹਾਡੇ ਕੋਲ ਆਪਦੀ ਪੁਲਿਸ ਹੈਗੀ ਹੈ, ਇੰਟੈਲੀਜੈਂਸ ਹੈਗੀ ਹੈ, ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹੋ? ਜੇ ਤੁਸੀਂ ਵੀ ਪੋਲੀਟੀਕਲੀ ਮੰਗੋਗੇ ਤਾਂ ਸਟੇਟਮੈਂਟ ਦੇ ਕੇ ਮੁੜ ਕੇ ਕਾਰਵਾਈ ਨਹੀਂ ਕਰੋਗੇ ਆਗੇ, ਕਿਉਂਕਿ ਅਕਸਰ ਇਹ ਗੱਲ ਚੱਲਦੀ ਹੈ ਕਿ ਸਾਡੇ ਬੰਦੇ ਖਰੀਦ ਰਹੇ ਹੈ, ਦਿੱਲੀ ਮਿਸ਼ਨ ਚੱਲਦਾ ਹੈ, ਤੁਹਾਡੇ ਕੋਲ ਆਪ ਸਭ ਕੁਝ ਹੈ, ਲੋਕਤੰਤਰ ਆਪਣਾ, ਤੁਹਾਡੇ ਕੋਲ ਇੰਟੈਲੀਜੈਂਸ ਇੰਨਾ ਵੱਡਾ ਰਿਕਾਰਡਿੰਗ ਸਭ ਕੁਝ ਪਿਆ ਹੈ, ਫਿਰ ਇੰਤਜ਼ਾਰ ਕਿਸ ਚੀਜ਼ ਦਾ ਕਰ ਰਹੇ ਹੋ? बिल्कुल, मैं फिर कह रहा हाँ कि बड़ी जल्दी लीगल एक्शन ਜਿਹੜਾ ਹੈਗਾ, ਲੀਗਲ ਐਕਸ਼ਨ ਬਿਲਕੁਲ ਜਲਦੀ ਲਵਾਂਗੇ। ਉਹਦੇ ਲਈ ਸਾਡੀ ਲੀਗਲ ਟੀਮ, ਸਾਡੇ ਐਕਸਪਰਟ ਨੇਗੇ, ਉਹ ਕੰਮ ਕਰ ਰਹੇ ਨੇ। ਬੜੀ ਜਲਦੀ ਤੁਹਾਨੂੰ ਲੀਗਲ ਐਕਸ਼ਨ ਵੀ ਦਿਖੂਗਾ। ਚੀਮਾ ਸਾਹਿਬ, ਜੋ ਮੀਡੀਏਟਰ ਹੈ ਕਿ ਉਹ ਪੰਜਾਬ ਤੋਂ ਹੈ ਜਾਂ ਦਿੱਲੀ ਤੋਂ ਨੇ, ਕਿ ਪੰਜਾਬ ਦਾ ਕੋਈ BJP ਲੀਡਰ ਮੀਡੀਏਟਰ ਬਣ ਕੇ? देखो, मैं पहला बयान दे चुके हैं, दस चुके हैं कि कुछ को लोग दिल्ली दे ने, कुछ को लोग पंजाब दे भी इन्वॉल्व ने। एक सवाल आपसे, आप यहाँ लगा रहे हैं जबकि आपका खुद का मंत्री है, उसका ऑडियो वायरल हो चुका है। किस तरह की कार्रवाई है? क्योंकि आपने जब शुरू में कहा था कि कट्टर ईमानदार सरकार है और आपने विजय सिंगला को सैक करके अरेस्ट करा दिया, यहाँ पे किस तरह की कार्रवाई और क्यों नहीं दिख रही है ये कार्रवाई? देखिए, जो ऑडियो की आप बात कर रहे हैं, उस ऑडियो की जांच हो रही है। जब जांच मुकम्मल होगी उसके बाद हम बताएंगे कि वो ऑडियो टेम्पर्ड है, ऑडिट है, ये इसका अभी तक कोई पता नहीं, उसकी जांच हो रही है। जो बिल्कुल स्पष्ट करते हैं, जो भी कोई दोषी होगा उसके खिलाफ एक्शन लिया जाएगा, किसी को बख्शा नहीं जाएगा। पहले नहीं हमने बख्शा, आगे भी नहीं बख्शेंगे। करप्शन के अगेंस्ट, प्लीज लेट मी, करप्शन के अगेंस्ट, भ्रष्टाचार के अगेंस्ट हमारा बिल्कुल स्पष्ट स्टैंड है कि भ्रष्टाचारी कोई भी हो, चाहे हमारा हो या किसी और का, उसको बख्शा नहीं जाएगा। विजय सिंगला बाहर नहीं सी आया, लेकिन ਇਹਦੇ ਚ ਪੂਰੀ ਕਨਵਰਸੇਸ਼ਨ हैगी है, वो स्वीकार भी कर दी है कि मेरी हैगी है सराड़ी साहब, लेकिन फिर भी उस तो बाद भी CM साहब का वेट किया जा रहा है, उस तो बाद एक्शन लिया जाएगा कि कदों होगा? क्योंकि मैं कह रहा कि पार्टी लैवल ਦੇ ਉੱਤੇ ਔਰ ਇੱਕ ਤੋਂ ਹੋਰ ਜਗ੍ਹਾ ਦੇ ਲੈਵਲ ਦੇ ਉੱਤੇ ਉਹਦੀ ਜਾਂਚ ਕੀਤੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਖੁਲਾਸਾ ਕਰਾਂਗੇ। विजय सिंगला किवें करोगे सर? जी आपने बोला कि CBI और ED लोगों को डरा रही है, तो वो डरा ही रहे हैं सिर्फ, या आप डराने के साथ साथ ये भी बोल रहे हैं कि आप बीजेपी में जाओ? बिल्कुल बीजेपी वाले, जो CBI है, जो ED है, वो डरा के यही तो थ्रेट कर रहे हैं कि नहीं हम
जो एजेंसियां का काम क्या है, एजेंसियों को मैं कुछ चीज़ों का, क्योंकि इन्वेस्टिगेशन के विषय हैं, अभी पेंडिंग पड़े हैं कुछ केस, उनमें यही बोला जा रहा है कि आप या तो बीजेपी में आइए या फिर एक्शन फेस कीजिए। इसका सीधा मतलब है कि दुरुपयोग जो है वो सीबीआई का और ईडी का बीजेपी खुल के कर रही है। जब भी केंद्र में सरकार आती है, केंद्र में जितनी भी पार्टियों की सरकार आई है, बहुत सारी पार्टियों ने, बीजेपी ने और हो जब दूसरी पार्टियां हो, अब तक उन्होंने सीबीआई और ईडी का दुरुपयोग किया है। ਚੀਮਾ ਸਾਹਿਬ ਵਿਜੇ ਸਿੰਗਲਾ ਹੋਣੀ ਉਹਨਾਂ ਦੇ ਖਿਲਾਫ ਐਕਸ਼ਨ ਵੀ ਹੋਇਆ, ਬਾਹਰ ਵੀ ਕਰੇ ਗਏ, ਪਰ ਹੁਣ ਉਹਨਾਂ ਦਾ ਸਟੇਟਸ ਕੀ ਹੈ? ਕਿਉਂਕਿ ਮੀਡੀਆ ਵੀ ਲੈ ਰਹੇ ਨੇ, ਸਾਰਾ ਕੁਝ ਹੋ ਰਿਹਾ, ਉਹ ਤੁਹਾਡੀ ਪਾਰਟੀ ਦਾ ਹਿੱਸਾ ਹੀ ਨੇ। ਅਗਰ ਵਾਕਈ ਉਹ ਕਰਪਟ ਸੀ, ਜੇਲ੍ਹ ਵੀ ਗਏ, ਤਾਂ ਫਿਰ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਢਾਉਣ ਤੇ ਕੋਈ ਚਰਚਾ ਹੋਈ ਜਾਂ ਚੱਲ ਰਿਹਾ ਕੰਮ? देखो हजे इस विषय पर चर्चा नहीं हुई हैगी, बट लेकिन जब तक कोई भी व्यक्ति जिहदे खिलाफ भ्रिष्टाचार के दोष ने, जब तक ਉਹਨੂੰ ਕੋਰਟ ਜਿਹੜੀ ਹੈਗੀ ਕੋਰਟ ਆ ਉਹ ਕਨਵਿਕਟ ਨਹੀਂ ਕਰ ਦਿੰਦੀ ਹੈਗੀ, ਜਾਂ ਉਦੋਂ ਤੱਕ ਜਿਹੜਾ ਹੈਗਾ ਉਹਨੂੰ ਤੁਸੀਂ ਮੈਂਬਰਸ਼ਿਪ ਤੋਂ ਨਹੀਂ ਹਟਾ ਸਕਦੇ, ਉਦੋਂ ਤੱਕ ਜਿੰਨੀਆਂ ਵੀ ਜਿਹੜੀਆਂ ਕਮੇਟੀਜ਼ ਜਿੰਨੀਆਂ ਵੀ ਜਿਹੜੀਆਂ ਹੈਗੀਆਂ ਨੇ ਉਹ 'ਚੋਂ ਭਾਗ ਲੈ ਸਕਦਾ ਹੈਗਾ। आपके एक और एमएलए हैं मिस्टर दिनेश चड्ढा, उनकी भी एक बहुत ज़्यादा एक प्रेस कॉन्फ्रेंस की गई, उन पे काफ़ी संगीन इल्ज़ाम लगाए हैं, उसके बारे में आप क्या कर रहे हैं? साफ साफ कहा जा रहा है कि वो माइनिंग का पूरा रोपड़ का काम संभालने को तैयार है, लोगों को थ्रेट किया जा रहा है, एडमिनिस्ट्रेशन इज बीइंग यूज्ड, पुलिस इज बीइंग यूज्ड। देखिए, हमारा कोई भी आदमी, हमारा कोई भी एमएलए किसी भी गलत काम में इन्वॉल्व नहीं है। जेकर कोई इन्वॉल्व होगा उसके खिलाफ सख्त एक्शन लिया जाएगा। थैंक यू। ये हरसिमरत बादल के लिए बोल दीजिए। ਚੀਮਾ ਸਾਹਿਬ ਬਹਿ ਜਾਓ। ਚੀਮਾ ਸਾਹਿਬ ਨੇ ਜਾਣ